ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਦੁਰਗਾ ਪ੍ਰਬੋਧ ਭਾਗ ਤੀਜਾ। ਦੋਹਰਾ ਤਾਂ ਤੇ ਸੀਏ ਮਿੱਤਰਾ ਧਨ ਲੁੱਟਣ ਦੀ ਖੇਡ, ਜਾਂ ਤੇ ਦੰਭ ਪਸਾਰ ਕੇ ਕਰਨੀ ਚਹੇ ਚਹੇੜ। ਭਾਵ ਇਸ ਸਾਰੇ ਕਥਨ ਤੇ ਇਹ ਪਾਇਆ ਜਾਂਦਾ ਹੈ ਕਿ ਦੱਤਾਨੰਦ ਪੰਡਿਤ ਨੂੰ ਉਜੈਨ ਤੇ ਉਹਨਾਂ ਬ੍ਰਾਹਮਣਾਂ ਨੇ ਬੁਲਾਇਆ ਸਾ, ਅਰੇ ਉਸ ਨੂੰ ਇਹ ਜ਼ਰੂਰ ਸਮਝਾਇਆ ਹੋਵੇਗਾ ਕਿ ਦੇਵੀ ਦੇ ਦਰਸ਼ਨ ਨੂੰ ਜਾਣਾ ਆਖੀ, ਜਿਸ ਪਰ ਤੇਰਾ ਨਾਮ ਸੁਣ ਕੇ ਅਰ ਦੇਵੀ ਦੇ ਜਾਣ ਦਾ ਕਾਰਨ ਸੁਣ ਕੇ ਗੁਰੂ ਜੀ ਨੂੰ ਭੁੱਲੀ ਗੱਲ ਫੇਰ ਚੇਤੇ ਜ਼ਰੂਰ ਆ ਜਾਊਗੀ। ਦੂਸਰਾ, ਫਿਰ ਉਸ ਦੇ ਚਿੱਤ ਵਿੱਚ ਇਹ ਖਿਆਲ ਪੈਦਾ ਹੋ ਗਿਆ ਕਿ ਮੈਂ ਆਪ ਜਾ ਕੇ ਨਾ ਮਿਲਾਂ, ਜਿਸ ਤੇ ਹੌਲਾ ਸਮਝਿਆ ਜਾਵਾਂਗਾ। ਅਰ ਗੁਰੂ ਜੀ ਜਦ ਉਸ ਪਾਸ ਆਏ ਤਦ ਦੂਸਰੇ ਬ੍ਰਾਹਮਣਾਂ ਨੇ, ਜੋ ਗੁਰੂ ਜੀ ਦੇ ਘਰ ਦੇ ਹੀ ਸਨ ਅਰ ਪਾਸ ਰਹਿੰਦੇ ਸਨ, ਉਸ ਦੀ ਆਪੇ ਹੀ ਵਡਿਆਈ ਕਰਨੀ ਆਰੰਭ ਦਿੱਤੀ। ਇਸ ਵਿੱਚ ਪਾਇਆ ਜਾਂਦਾ ਹੈ ਕਿ ਗੁਰੂ ਜੀ ਦੇ ਪਾਸਲੇ ਬ੍ਰਾਹਮਣਾਂ ਨੇ ਜੋ ਬਿਨਾਂ ਮਿਲੇ ਅਰ ਦੇਖੇ ਆਪੇ ਹੀ ਗੁਰੂ ਜੀ ਅੱਗੇ ਉਸ ਦੀ ਉਪਮਾ ਕਰਨੀ ਆਰੰਭ ਦਿੱਤੀ। ਇਸ ਵਿੱਚ ਕੁਝ ਭੇਦ ਸਾ ਜੋ ਸਿੱਧ ਕਰਦਾ ਹੈ ਕਿ ਸਭ ਆਪਸ ਵਿੱਚ ਮਿਲੇ ਹੋਏ ਸਨ। ਫਿਰ ਉਸ ਦੱਤਾਨੰਦ ਨੇ ਵੀ ਪੁੱਛਣੇ ਪਰ ਕੁਝ ਰਲੀ ਮਿਲੀ ਜਿਹੀ ਗੱਲ ਆਖੀ, ਜਿਸ ਦਾ ਕੁਝ ਵੀ ਅਰਥ ਨਹੀਂ ਹੈ, ਕਿਉਂਕਿ ਐਸਾ ਤਾਂ ਹਰ ਇੱਕ ਆਦਮੀ ਕਹਿ ਸਕਦਾ ਹੈ ਕਿ ਇਹ ਕੰਮ ਬਹੁਤ ਕਠਿਨ ਹੈ, ਇਸ ਸਮੇਂ ਵਿੱਚ ਹੋਣਾ ਬਹੁਤ ਔਖਾ ਹੈ। ਜਿਸ ਦੇ ਨਾ ਸਿੱਧ ਹੋਣੇ ਪਰ ਉਸ ਨੂੰ ਆਪਣੇ ਸੱਚਾ ਰੱਖਣ ਲਈ ਇੱਕ ਦਾਅ ਹੁੰਦਾ ਹੈ, ਕਿਉਂਕਿ ਨਾ ਹੋਣੇ ਪਰ ਕਹਿ ਸਕਦਾ ਹੈ ਕਿ ਮੈਂ ਤਾਂ ਇਹ ਪਹਿਲੇ ਹੀ ਆਖ ਦਿੱਤਾ ਸੀ, ਜੋ ਕਠਿਨ ਬਾਤ ਹੈ। ਦੋਹਰਾ, ਫਿਰ ਇੱਕ ਸੋਚਣ ਯੋਗ ਹੈ ਹੋਰ ਪਿਆਰੇ ਬਾਤ, ਜੋ ਪੰਡਤ ਦਾ ਆਉਣਾ ਕਿਸੀ ਦਾਉ ਪਰਗਾਤ। ਅੱਗੇ ਸਾਰੀ ਉਮਰ ਮੈਂ ਕਰੀ ਨਾ ਦੁਰਗਾ ਯਾਦ, ਉਨਹੀ ਦਿਨ ਕਿਉਂ ਆਇਆ ਕਰਕੇ ਧਨ ਬਰਬਾਦ। ਭਾਵ ਇਸ ਜਗ੍ਹਾ ਇਹ ਬਾਤ ਵਿਚਾਰਨੇ ਯੋਗ ਹੈ ਕਿ ਉਸ ਦੱਤਾਨੰਦ ਨੂੰ ਅੱਗੇ ਸਾਰੀ ਉਮਰਾਂ ਵਿੱਚ ਕਦੇ ਵੀ ਇਹ ਖਿਆਲ ਆਇਆ ਸੀ ਕਿ ਮੈਂ ਨੈਣਾ ਦੇਵੀ ਦੇ ਜਾ ਕੇ ਦਰਸ਼ਨ ਕਰਾਂ। ਫਿਰ ਹੁਣ ਉਹਨਾਂ ਦਿਨਾਂ ਵਿੱਚ ਹੀ ਜਦ ਗੁਰੂ ਜੀ ਨੇ ਬ੍ਰਾਹਮਣਾਂ ਨੂੰ ਵੱਡਾ ਭਾਰੀ ਯੱਗ ਕੀਤਾ ਅਰ ਦੁਰਗਾ ਪ੍ਰਗਟ ਕਰਨ ਦਾ ਸਾਰੇ ਚਰਚਾ ਫੈਲ ਗਿਆ, ਤਦੋਂ ਐਸੇ ਮੌਕੇ ਪਰ ਉਸ ਦਾ ਆਉਣਾ ਅਰ ਆਨੰਦਪੁਰ ਵਿੱਚ ਖਾਸ ਗੁਰੂ ਜੀ ਦੇ ਬਾਗ ਵਿੱਚ ਡੇਰਾ ਕਰਨਾ ਸਾਬਤ ਕਰਦਾ ਹੈ ਕਿ ਸਾਰਾ ਮਸੌਂਦਾ ਪਹਿਲੇ ਹੀ ਗੁੰਦਿਆ ਹੋਇਆ ਸੀ। ਦੋਹਰਾ, ਇੱਕ ਕਾਰਨ ਇਹ ਹੋਰ ਹੈ, ਜਦ ਗੁਰ ਕਰਾ ਬਿਲਾਸ ਉਸੇ ਕਾਰਜ ਉਰਜਿਆ ਤਦ ਦੁਰਗਾ ਦੀ ਆਸ। ਭਾਵ ਇਸ ਦਾ ਸਬੂਤ ਇੱਕ ਇਹ ਵੀ ਹੈ ਕਿ ਜੇ ਉਹ ਦੱਤਾਨੰਦ ਦੁਰਗਾ ਦੇ ਦਰਸ਼ਨ ਲਈ ਆਇਆ ਸੀ, ਤਦ ਉਸ ਨੂੰ ਇਹ ਆਖਣਾ ਚਾਹੀਦਾ ਸਾ ਕਿ ਮਹਾਰਾਜ ਪਹਿਲੇ ਮੈਂ ਜਿਸ ਕੰਮ ਲਈ ਆਇਆ ਹਾਂ ਸੋ ਪੂਰਾ ਕਰ ਲਵਾਂ, ਅਰਥਾਤ ਦੇਵੀ ਮਾਤਾ ਜੀ ਦੇ ਅਸਥਾਨ ਜਾ ਕੇ ਦਰਸ਼ਨ ਕਰਕੇ ਆਪਣੇ ਮਨ ਦੀ ਸ਼ਰਧਾ ਪੂਰੀ ਕਰ ਆਵਾਂ। ਫਿਰ ਉੱਥੋਂ ਮੁੜ ਕੇ ਹਜ਼ੂਰ ਦੇ ਚਰਨਾਂ ਵਿੱਚ ਉਸ ਦੇ ਪ੍ਰਗਟ ਕਰਨ ਦੀ ਵਿਧੀ ਦੱਸਾਂਗਾ ਔਰ ਉਹ ਕਾਰਜ ਆਰੰਭ ਕਰ ਦਿਆਂਗਾ। ਪਰੰਤੂ ਉਸਨੇ ਤਾਂ ਦੇਵੀ ਦੇ ਦਰਸ਼ਨ ਕਰਨ ਔਰ ਇਤਨੀ ਦੂਰ ਤੇ ਆਉਣ ਦੇ ਮਨੋਰਥ ਨੂੰ ਇਸ ਤਰ੍ਹਾਂ ਭੁਲਾ ਦਿੱਤਾ ਜਿਸ ਤਰ੍ਹਾਂ ਕਦੇ ਹੋਇਆ ਹੀ ਨਹੀਂ ਸੀ, ਜਿਸ ਤੇ ਉਸੇ ਵੇਲੇ ਸਾਰੀ ਕਹਾਣੀ ਕਰਨੀ ਆਰੰਭ ਦਿੱਤੀ। ਇਸ ਤੇ ਸਾਫ਼ ਪਾਇਆ ਜਾਂਦਾ ਹੈ ਕਿ ਉਸ ਪੰਡਤ ਦਾ ਮਨੋਰਥ ਕੇਵਲ ਇਹੋ ਸੀ ਕਿ ਮੈਂ ਇਸ ਤਾਣੇ ਤੰਦਨ ਵਿੱਚ ਗੁਰੂ ਜੀ ਨੂੰ ਪਾ ਕੇ ਮਨ ਭਾਉਂਦਾ ਰੁਪਈਆ ਉਡਾ ਲੈ ਜਾਵਾਂ। ਦੋਹਰਾ, ਲੋਭੀ ਕਾ ਪੈਸਾ ਗੁਰੂ ਕਹਿਤ ਸਿਆਣੇ ਲੋਗ, ਸੋ ਦੱਤਾਨੰਦ ਸੋਚਿਆ ਭਰ ਖੀਸਾ ਸੁਖ ਭੋਗ। ਤਾਤੇ ਪ੍ਰਗਟ ਦਸ ਸੀ ਜੋ ਆਗੇ ਦਾ ਹਾਲ, ਜਿਸ ਦੇ ਧਨ ਦੀ ਆਸ ਪਰ ਹੋਇਆ ਬਿਪ ਨਿਹਾਲ। ਦੁਰਗਾ ਭਗਤ
दोहरा ये तुमरे मन की अह कल्पन सगरी मीत, उस पंडित तो कही थी सब पूजन की रीत। ना तिसने धन मांग्यो अपने स्वार्थ हेत, परा स्वार्थ हित था कहाँ उपालंब क्यों देत। जो प्रभ जूसो तिस कही सुनो सगल मन लाए, जाके श्रवण करन ते तेरी शंक मिटाई। भुजंग प्रायात छंद। शरीरं जु साधं अनेकं बखानो, किदो नेम व्रतं नहीं अंत जानो। धनं जान माया घनी काज होई, करे जो सो क्षत्रि महाशुद्ध कोई। तुम्हें राज एसंग नहीं पातशाही, है पूज आसंग जो काजंग न बाही। धनं काज जानो सबय पूर होए, बिना बित बितो नहीं काज कोई। जबाय बिप तौने असंग भैन ठानी, तबाय कास बिपंग तटयों बखानी। धनं की सुचिंता धरो चीत नाही, जिती सौज चाहो तिती लेओ आही। चौपई इनकी दृष्ट सो पारस जानो, या मैं रति न भेद पछानो। और बात जेतक तुम भाखो, इनते सही सत कर लाखो। तुम इनके मानस जिन जानो, पर स्वार्थ धरतन अनमानो। संतन की रक्षा हित सही, कौतुक करत नाथ एह अही। तदप तिन यो बचन उचारो, धन बिन काज न होत निहारो। तिन यो कही भोर हया रहो, इनकी जमा सकल धन लहो। ए बिद ताकि जमा कराई, दान सुमान दीन वडियाई। पुन सतगुर गृह कियस प्याना, ताल मृदंग बजत बिद नाना। दोहरा देख प्यारे खालसा करके खूब ख्याल, जो पंडित ने दसिया पूजन दुर्गा हाल। तन शुद्धि धन खर्चना नेम वर्तते आद, सकल सुनाए खोल के धर मन में अहलाद। इसमें पंडित का नहीं कोछ छाल थाल, तुम देख सब युक्ति उसने कही आगे फलसी लेख। भाव इस कथन ते पाया जाता है, जो पंडित दत्तानंद ने ਤਾਂ देवी ਦੇ पूजन ਦੇ उपयोगी साधन गुरु जी अगे प्रगट कर दिते सन। जैसा कि शरीर ਦੀ शुद्धि ਵਰਤ ਨੇਮ ਦਾ ਰੱਖਣਾ ਜ਼ਰੂਰੀ ਕਥਨ ਕੀਤਾ ਸੀ। ਇਸ ਤੋਂ ਅੱਗੇ ਇਹ ਵੀ ਬੇਨਤੀ ਕੀਤੀ ਸੀ ਕਿ ਇਹ ਕੰਮ ਧਨ ਦਾ ਹੈ, ਜਿਸ ਨੂੰ ਕੋਈ ਛਤਰੀ ਰਾਜਾ ਕਰ ਸਕਦਾ ਹੈ, ਪਰੰਤੂ ਆਪਦੇ ਪਾਸ ਕੋਈ ਸੰਸਾਰਿਕ ਰਾਜ ਨਹੀਂ ਹੈ, ਔਰ ਨਾ ਇਤਨਾ ਧਨ ਜਮਾ ਹੈ ਜੋ ਇਸ ਕਾਰਜ ਦੇ ਵਾਸਤੇ ਪੂਰਨ ਕਰ ਸਕੇ। ਫਿਰ ਇਹਨਾਂ ਬਾਤਾਂ ਦਾ ਉੱਤਰ ਗੁਰੂ ਜੀ ਦੇ ਪਾਸ ਰਹਿਣੇ ਵਾਲੇ ਬ੍ਰਾਹਮਣਾਂ ਨੇ ਦੇ ਕੇ ਉਸ ਨੂੰ ਨਿਰਸੰਦੇਹ ਕੀਤਾ ਅਰ ਆਖਿਆ ਕਿ ਧਨ ਦੀ ਇਹਨਾਂ ਪਾਸ ਕੋਈ ਕਮੀ ਨਹੀਂ ਹੈ, ਜਿਤਨ ਚਾਹੋ ਮਿਲ ਜਾਏਗਾ। ਅਤੇ ਧਨ ਦੇ ਦਿਖਾਉਣੇ ਲਈ ਉਸ ਨੂੰ ਉੱਥੇ ਰੱਖ ਲੀਤਾ ਅਰ ਆਖਿਆ ਕਿ ਕੱਲ ਤੂੰ ਸਾਰਾ ਖਜ਼ਾਨਾ ਖੁਦ ਦੇਖ ਲਈ। ਜੇ ਤੇਰੀ ਇੱਛਾ ਅਨੁਸਾਰ ਹੋਇਆ ਤਾਂ ਇਸ ਕਾਰਜ ਨੂੰ ਆਰੰਭ ਕਰੀ। ਇਸੇ ਪ੍ਰਕਾਰ ਗੁਰੂ ਜੀ ਦੀ ਵੀ ਉਸ ਪਾਸ ਬਹੁਤ ਵਡਾਈ ਕੀਤੀ। ਦੋਹਰਾ ਫਿਰ ਕਹੋ ਪੰਡਿਤ ਨੇ ਕਰਿਆ ਇਸ ਵਿੱਚ ਕੌਣ ਲੁਕਾਏ, ਜਿਸ ਪਰ ਤੈਂ ਤਿਸ ਕੋ ਕਹਾ ਤੁਲ ਮਦਾਰੀ ਗਾਏ। ਤਤ ਖਾਲਸਾ। ਚੌਪਈ ਸੁਨੋ ਮਿੱਤਰ, ਇਸ ਵਿੱਚ ਮੈਂ ਦੱਸਾਂ ਕਹੇ ਆਪਨੇ ਥੋਂ ਨਾ ਨਸਾਂ। ਚਾਲਬਾਜ਼ ਪੰਡਿਤ ਥਾ ਭਾਰੀ, ਜਿਸਨੇ ਐਸੀ ਬਾਤ ਉਚਾਰੀ, ਜਿਸ ਦਾ ਉੱਤਰ ਹੋਰ ਨਾ ਕੋਏ। ਆਖਰ ਪੁਰਖ ਚੁੱਪ ਹੀ ਹੋਏ, ਤਿਨ ਵੱਡੀ ਭਾਰੀ ਕਠਿਨਾਈ, ਤਿਨ ਸਤਿਗੁਰ ਕੇ ਆਗਾ ਪਾਈ। ਜਿਨਕਾ ਹੋਣਾ ਕਠਿਨ ਪਿਆਰੇ, ਤੁਮ ਦੇਖੋ ਮਨ ਮਾਏ ਵਿਚਾਰੇ। ਪ੍ਰਥਮੈ ਕਲੂ ਕਾਲ ਬਤਲਾਇਆ, ਜਿਸਮੈ ਮੰਤਰ ਫੁਰੈ ਨ ਗਾਇਆ। दूसर शुद्धि तन की गाई, जो सी कठिन बात तिन पाई। तीजी धन की बात उचारी, जो गुर पै तिन कठिन निहारी। तिस पर ऐसे साधन गाया, छतरी भूप करै यह राया। जिसते आप नहीं हो राजे, फिर क्यों सिद्ध करो इस काजे।
इन तीनों में जे एक बात होए न पूर्ण सुन तू भ्रात, तो पंडित पर दोष न आऊ, उल्टा दोष गुरु नू लाऊ। देखिया तैं तिस मैं ए चाला, नाल अकल दे बिप निकाला। भाव पंडित दत्तानंद ने जो कलू काल दा होना, ਵਰਤ ਨੇਮ ਦਾ ਧਾਰਨਾ, ਸਰੀਰ ਦੀ ਸ਼ੁੱਧੀ ਅਤੇ ਚੌਥਾ ਧਨ ਦਾ ਖਰਚ ਦੱਸਿਆ ਸਾ। ਸੋ ਇਹ ਚਾਰੇ ਰੁਕਾਵਟਾਂ ਵੱਡੀਆਂ ਭਰੀਆਂ ਸਨ ਅਤੇ ਇਹਨਾਂ ਦੇ ਆਖਣ ਵਿੱਚ ਵੀ ਇੱਕ ਉਸ ਦਾ ਗੂੜ ਮੰਤਰ ਸਾ, ਜਿਸ ਵਿੱਚੋਂ ਪਹਿਲੀ ਤਾਂ ਵੱਡੀ ਭਾਰੀ ਬਾਤ ਕਲਯੁਗ ਦੀ ਸੀ, ਕਿਉਂਕਿ 100 ਲੀਹ ਪਰ ਇੱਕ ਸੁਹਾਗੇ ਦੀ ਤਰ੍ਹਾਂ ਗੁਰੂ ਜੀ ਦੇ ਸਾਰੇ ਯਤਨ ਕਰਕੇ ਮਗਰੋਂ ਕੁਝ ਨਾ ਸਿੱਧ ਹੋਣ ਤੇ ਕਹਿ ਸਕਦਾ ਸਾ ਕਿ ਮਹਾਰਾਜ ਮੇਰਾ ਅਤੇ ਆਪ ਦਾ ਇਸ ਵਿੱਚ ਕਿਆ ਕਸੂਰ ਹੈ। ਕਿੰਤੂ ਕਲੂ ਕਾਲ ਦਾ ਸਮਾਂ ਹੈ, ਇਸ ਵਿੱਚ ਦੇਵਤਾ ਪ੍ਰਤੱਖ ਹੋਣਾ ਬਹੁਤ ਕਠਿਨ ਹੈ। ਇਹ ਤਾਂ ਸਤਯੁਗ ਵਿੱਚ ਰਾਜਾ ਲੋਕ ਆਵਾਹਨ ਕਰਦੇ ਹੁੰਦੇ ਸਨ, ਸੋ ਅੱਜ ਕੱਲ ਉਹ ਸਮਾਂ ਹੀ ਨਹੀਂ ਹੈ। ਇਸ ਦਾ ਉੱਤਰ ਗੁਰੂ ਜੀ ਪਾਸ ਕੋਈ ਵੀ ਨਹੀਂ ਸਾ। ਦੂਸਰੀ ਕਠਿਨਾਈ ਸਰੀਰ ਦੀ ਸੁੱਧੀ ਦੱਸੀ, ਸੋ ਇਹ ਵੀ ਉਸਨੇ ਇਸ ਖਿਆਲ ਪਰ ਆਖੀ ਸੀ ਕਿ ਇਹ ਵੀ ਜੁਵਾ ਅਵਸਥਾ ਵਾਲੇ ਰਜੋਗੁਣੀ ਪੁਰਖਾਂ ਪਾਸੋਂ ਹੋਣੀ ਕਠਿਨ ਹੈ, ਜਿਸ ਤੇ ਇਤਨੇ ਅਰਸੇ ਵਿੱਚ ਗੁਰੂ ਜੀ ਪਾਸੋਂ ਕੁਝ ਨਾ ਕੁਝ ਮਰਿਆਦਾ ਭੰਗ ਹੋ ਜਾਏਗੀ। ਉਸ ਪਰ ਮੈਂ ਆਖ ਦਿਆਂਗਾ ਕਿ ਮਹਾਰਾਜ ਮੇਰਾ ਇਸ ਵਿੱਚ ਕਿਆ ਦੋਸ਼ ਹੈ, ਪਰੰਤੂ ਆਪ ਹੀ ਆਪਣੇ ਤਨ ਮਨ ਦੀ ਸ਼ੁੱਧੀ ਤੇ ਇੰਦਰੀਆਂ ਦਾ ਸੰਯਮ ਨਾ ਕਰ ਸਕੇ, ਜਿਸ ਤੇ ਕਾਰਜ ਵਿੱਚ ਵਿਘਨ ਪੈ ਗਿਆ। ਤੀਸਰਾ ਮੰਤਰ ਯੰਤਰ ਅਤੇ ਵਰਤ ਨੇਮ ਦੀ ਕਠਿਨਾਈ ਇਸ ਵਾਸਤੇ ਦੱਸੀ ਕਿ ਜਦ ਇਹਨਾਂ ਨੂੰ ਕਿਸੇ ਮੰਤਰ ਦਾ ਇੱਕੋ ਜਾਪ 1.25 ਲੱਖ ਕਰਨਾ ਦੱਸ ਦਿੱਤਾ ਅਰ ਉੱਪਰੋਂ ਭਾਰੀ ਭਾਰੀ ਵਰਤ ਰੱਖਣੇ ਦੱਸੇ, ਤਦ ਅਜਿਹੇ ਦੁਖੀ ਹੋ ਜਾਣਗੇ ਕਿ ਆਪੇ ਹੀ ਕਹਿ ਦੇਣਗੇ ਕਿ ਪਾਂਧਾ ਜੀ ਸਾਥੋਂ ਇਹ ਕੰਮ ਨਹੀਂ ਹੁੰਦਾ, ਤੁਸੀਂ ਜਾਣੋ। ਜਿਸ ਦਾ ਉੱਤਰ ਮੈਂ ਇਹੋ ਦਿਆਂਗਾ ਕਿ ਸ਼੍ਰੀ ਮਹਾਰਾਜ ਜੀ ਮੈਂ ਤਾਂ ਪਹਿਲੇ ਹੀ ਇਸ ਮਰਿਆਦਾ ਦਾ ਰੱਖਣਾ ਕਠਿਨ ਕਿਹਾ ਸੀ। ਚੌਥੀ ਧਨ ਦੀ ਕਮੀ ਇੱਕ ਅਜਿਹੀ ਵੱਡੀ ਭਾਰੀ ਬਾਤ ਹੈ ਜੋ ਆਪਣੇ ਅਧੀਨ ਵੀ ਨਹੀਂ। ਇਸ ਵਾਸਤੇ ਜਦ ਲੱਖਾਂ ਰੁਪਈਆ ਖਰਚ ਦੱਸਾਂਗਾ ਤਦ ਇਹ ਕਿਸੇ ਦੇਸ਼ ਦੇ ਰਾਜੇ ਮਹਾਰਾਜੇ ਤਾਂ ਹੈ ਹੀ ਨਹੀਂ ਜੋ ਇਤਨਾ ਧਨ ਰੱਖਦੇ ਹੋਣ। ਇਸ ਵਾਸਤੇ ਆਪੇ ਕਹਿ ਦੇਣਗੇ ਕਿ ਮਿਸ਼ਰ ਜੀ ਹਾਲ ਤਾਂ ਸਾਡੇ ਪਾਸ ਰੁਪਈਆ ਨਹੀਂ ਹੈ, ਜਦ ਹੋਵੇਗਾ ਤਦ ਦੇਖਿਆ ਜਾਏਗਾ, ਜਿਸ ਤੇ ਮੈਂ ਸੱਚਾ ਹੋ ਜਾਵਾਂਗਾ ਅਤੇ ਗੁਰੂ ਜੀ ਪਰ ਸਾਰਾ ਭਾਰ ਪੈ ਜਾਏਗਾ। ਦੋਹਰਾ ਦੇਖੀ ਭਈ ਬਾਤ ਤੈਂ ਉਸ ਪੰਡਿਤ ਦੀ ਇਹ ਚਤੁਰਾਈ ਜਲ ਨਾਲ, ਜਿਹਨੂੰ ਖੂਬ ਦਬਾਈ ਖੇ ਦਵਈਆ, ਜਿਸ ਪਰ ਸਤਿਗੁਰੂ ਜੀ ਸੁਨ ਤਿਸ ਤੇ ਮੂਲ ਨਾ ਉਤਰ ਦੀਆ। ਸਮਝ ਲਿਆ ਇਹ ਚਹੇ ਗਪੌੜੂ ਹਮਰੇ ਸੋ ਛਲਕੀਆ। ਹੋਰ ਫੇਰ ਕਰ ਧਨ ਦਾ ਲੁੱਟਣ ਸਾਥੋਂ ਐ ਇਹ ਚਾਹੇ, ਕਈ ਤਰ੍ਹਾਂ ਦੇ ਕਰ ਮਨਸੂਬੇ ਵਾਂਗ ਅਹੇੜੀ ਫਾਹੇ। ਅਰ ਇੱਕੋ ਸਾ ਇਹ ਮਨਸੂਬਾ ਵਿਪਨ ਨੇ ਮਿਲ ਗੁੰਦਾ, ਆਪਸ ਅੰਦਰ ਠੱਗਾਂ ਦਾ ਜੋ ਭੇਤ ਇਕੱਠਾ ਹੁੰਦਾ। ਧਨ ਦਾ ਹੋਣਾ ਉਸ ਤੇ ਸੁਣ ਕੇ ਆਪੇ ਉੱਤਰ ਦੀਨਾ, ਗੁਰਦੇ ਪਾਸ ਕਹੀ ਹੈ ਪੰਡਿਤ ਧਨ ਦੀ ਕੋਈ ਕਮੀ ਨਾ। ਇਨ ਦੀ ਦ੍ਰਿਸ਼ਟੀ ਪਾਰਸ ਜੈਸੀ, इसमें शंक न कीजे, तांते जितना तू धन चाहे सो गिन के ले लीजे। पर उपकारी हने भारे देन खजाने खोले, तोरे वर्तन हेत देनगे अनमिते अनतोले। ऐसी ऐसी बातां करके आखे पक पकाया, इधर गुरजी चाहे रिझाए उधर यो समझाया। आपे आखी आदि रहो तुम मूल न अगे जाना, दिन चढ़ते ही धन दा गफा ਗਿਣ ਗਿਣ ਕੇ ਤੈਂ ਲੈਣਾ। ਆਪੇ ਹੋਏ ਗਵਾ ਗਏ ਇਹ ਖੂਹੇ ਦੇ ਸਨ ਡੱਡੂ, ਆਖਣ ਤੇਰੇ ਜਿਹਾ ਪੰਡਿਤ ਕਦ ਦੁਰਗਾ ਨੂੰ ਛੱਡੂ। ਖਰਚ ਰੁਪਈਆ ਹਮਰੇ ਭਈਆ ਚਾਲਾ ਇਹ ਚਲਾਉਂਦੇ, ਇੱਕ ਵਾਰ ਇਸ ਫਲੇ ਤੂਤ ਨੂੰ ਹਿੰਮਤ ਨਾਲ ਹਿਲਾਉਂਦੇ। ਭਾਵ ਜਦ ਪੰਡਿਤ ਨੇ ਵੱਡੀਆਂ ਭਾਰੀ ਦਿੱਕਤਾਂ ਗੁਰੂ ਜੀ ਅੱਗੇ ਪ੍ਰਗਟ ਕੀਤੀਆਂ ਸਨ, ਤਦ ਇਹ ਜ਼ਰੂਰੀ ਸਾ ਕਿ ਇਹਨਾਂ ਦਾ ਉੱਤਰ ਗੁਰੂ ਜੀ ਦੇਂਦੇ। ਅਰੇ ਆਪਣੇ ਮੁਖਾਰਬਿੰਦ ਤੇ
ਉਸ ਦੀ ਤਸੱਲੀ ਕਰਦੇ, ਪਰੰਤੂ ਉਹਨਾਂ ਨੇ ਤਾਂ ਕੁਝ ਵੀ ਨਾ ਆਖਿਆ, ਸਗੋਂ ਸੁਣ ਕੇ ਖਾਮੋਸ਼ ਰਹੇ। ਜਿਸ ਤੇ ਅਲ ਖਾਮੋਸ਼ੀ ਨੀਮ ਰਜ਼ਾ ਦੀ ਤਰ੍ਹਾਂ ਸਿੱਧ ਹੁੰਦਾ ਹੈ ਕਿ ਗੁਰੂ ਜੀ ਦਾ ਇਤਨਾ ਕੋਈ ਸੰਕਲਪ ਨਹੀਂ ਸਾ ਕਿ ਰਸਤੇ ਜਾਂਦੀ ਬਲਾ ਗਲ ਪਾ ਲਈਏ, ਪਰੰਤੂ ਉਸ ਪੰਡਤ ਦਾ ਭਾਈਚਾਰਾ ਹੀ ਜੋ ਉਸ ਵੇਲੇ ਪਾਸ ਬੈਠਾ ਸਾ, ਸੁਣਦੇ ਸਾਰ ਆਪੇ ਹੀ ਝਟ ਬੋਲ ਉੱਠਿਆ ਕਿ ਭਾਈ ਜੀ, ਧਨ ਦੀ ਕੋਈ ਕਮੀ ਨਹੀਂ ਹੈ, ਅਰੇ ਉਹਨਾਂ ਦੀ ਦ੍ਰਿਸ਼ਟੀ ਹੀ ਪਾਰਸ ਹੈ ਅਤੇ ਇਹ ਪਰਉਪਕਾਰੀ ਹਨ। ਕਿਉਂਕਿ ਇਹਨਾਂ ਬ੍ਰਾਹਮਣਾਂ ਵਿੱਚ ਇੱਕ ਵੱਡਾ ਭਾਰੀ ਗੁਣ ਇਹ ਹੈ ਕਿ ਜਦ ਕਿਸੇ ਦੇ ਧਨ ਠੱਗਣਾ ਚਾਹੁੰਦੇ ਹਨ ਤਦ ਉਸ ਨੂੰ ਰਾਜਾ ਕਰਨ ਅਤੇ ਇੰਦਰ ਆਦਿਕ ਦਾ ਅਵਤਾਰ ਆ ਕੇ ਅਜਿਹਾ ਜਾਦੂ ਪਾਉਂਦੇ ਹਨ ਜੋ ਪੁਰਖ ਸੁਭਾਵਕ ਹੀ ਇਹਨਾਂ ਦੇ ਵਾਕ ਜਾਲ ਵਿੱਚ ਫਸ ਜਾਂਦਾ ਹੈ, ਔਰ ਇਹ ਆਪਣੇ ਮਤਲਬ ਨੂੰ ਐਵੇਂ ਕੱਢ ਲੈਂਦੇ ਹਨ ਜਿਸ ਤਰ੍ਹਾਂ ਮੱਖਣ ਵਿੱਚੋਂ ਵਾਲ ਕੱਢ ਦੇਈਦਾ ਹੈ। ਦੂਜਾ, ਉਹਨਾਂ ਨੇ ਇਹ ਵੀ ਵਿਚਾਰਿਆ ਕਿ ਦੱਤਾਨੰਦ ਗੁਰੂ ਜੀ ਦੇ ਚੁੱਪ ਰਹਿਣੇ ਤੇ ਕਿਤੇ ਨਿਰਾਸ਼ ਹੋ ਕੇ ਉਦਾਸ ਨਾ ਹੋ ਜਾਏ, ਮਤ ਤੜਕੇ ਹੀ ਕੂਚ ਕਰ ਜਾਂਦਾ ਹੋਵੇ, ਜਿਸ ਵਾਸਤੇ ਉਸ ਨੂੰ ਇਹ ਵੀ ਆਪੇ ਆਖ ਦਿੱਤਾ ਕਿ ਅੱਜ ਰਹੋ, ਕੱਲ ਨੂੰ ਧਨ ਦੇਖ ਲੈਣਾ, ਅਰੇ ਆਪਣੀ ਖਾਤਰ ਜਮ੍ਹਾਂ ਕਰ ਲੈਣੀ। ਜਿਸ ਹਾਟ ਪਰ ਉਹ ਉੱਥੇ ਹੀ ਰਹਿ ਪਿਆ ਨਾ, ਜਿਸ ਚਾਟ ਪਰ ਉਹ ਉੱਥੇ ਹੀ ਰਹਿ ਪਿਆ ਅਤੇ ਮਨ ਵਿੱਚ ਦਿਨ ਚੜ੍ਹਦੇ ਖਜ਼ਾਨੇ ਦੇਖਣ ਦਾ ਚਾਉ ਚੜ੍ਹ ਗਿਆ। ਇਸ ਤੇ ਬਿਨਾਂ ਜੋ ਉਹਨਾਂ ਬ੍ਰਾਹਮਣਾਂ ਨੇ ਗੁਰੂ ਜੀ ਦੀ ਆਗਿਆ ਬਿਨਾਂ ਹੀ ਇਤਨੀ ਦਲੇਰੀ ਕਰ ਦਿੱਤੀ, ਜੋ ਆਪੇ ਧਨ ਦੇਣ ਦਾ ਇਕਰਾਰ ਕਰ ਲੀਤਾ, ਇਸ ਵਿੱਚ ਵੀ ਉਹਨਾਂ ਦਾ ਇਹ ਦਾਅਵਾ ਸੀ ਕਿ ਜੇ ਗੁਰੂ ਜੀ ਨੇ ਧਨ ਤੋਂ ਇਨਕਾਰ ਕੀਤਾ ਤਦ ਆਖਾਂਗੇ ਕਿ ਮਹਾਰਾਜ ਪੰਡਿਤ ਜੀ ਤਾਂ ਦੇਵੀ ਪ੍ਰਤੱਖ ਕਰ ਲਈ ਤਿਆਰ ਸੀ, ਪਰ ਹਜੂਰ ਨੇ ਹੀ ਧਨ ਵੱਲੋਂ ਸੰਕੋਚ ਕੀਤਾ। ਪਰੰਤੂ ਇਸ ਆਖਣ ਪਰ ਜਦ ਦੇ ਦੇਣਗੇ ਤਦ ਉਸ ਨਾਲ ਕੁਝ ਕੁ ਦਿਨ ਤਾਂ ਰੰਡੀ ਦੇ ਘਰ ਮੰਡੀ ਵਾਂਗ ਗੁਲਛਰੇ ਉਡਾਏਂਗੇ, ਮਗਰੋਂ ਜੋ ਹੋਵੇਗਾ ਸੋ ਦੇਖਿਆ ਜਾਏਗਾ। ਕਿੰਤੂ ਗੁਰੂ ਜੀ ਦਾ ਪੰਡਤ ਨੂੰ ਆਪ ਕੋਈ ਉੱਤਰ ਨਾ ਦੇਣਾ ਸਾਬਤ ਕਰਦਾ ਹੈ ਕਿ ਉਹਨਾਂ ਦਾ ਕੋਈ ਆਪਣਾ ਨਿਸ਼ਚਾ ਨਹੀਂ ਸੀ ਕਿ ਦੇਵੀ ਕੋਈ ਅਜਿਹੀ ਵਸਤੂ ਹੈ ਜੋ ਇਹ ਪ੍ਰਗਟ ਕਰਨਗੇ, ਜਿਸ ਤੇ ਇਹ ਸਾਰਾ ਚਾਲਾ ਧਨ ਲੁੱਟਣ ਦਾ ਮਸਾਲਾ ਨਿਰਾ ਬ੍ਰਾਹਮਣਾਂ ਦੇ ਵੱਲੋਂ ਸੀ। ਦੋਹਰਾ, ਠੱਗ ਜਿਵੇਂ ਠੱਗੀ ਸਮੇਂ ਜੁਦੇ ਜੁਦੇ ਹੋਏ ਜਾਤ, ਪਰ ਅੰਦਰ ਮੈਂ ਹੋਤ ਹੈ ਸਭਨਾ ਦੀ ਇੱਕ ਬਾਤ। ਅਰਥਾਤ ਜਿਸ ਪ੍ਰਕਾਰ ਜਦ ਠੱਗਾਂ ਦਾ ਟੋਲਾ ਕਿਸੇ ਧਨੀ ਨੂੰ ਠੱਗਣਾ ਚਾਹੁੰਦਾ ਹੈ ਤਦ ਉਹ ਇਹ ਕਰਦਾ ਹੈ ਕਿ ਪਹਿਲੇ ਸਭ ਆਪਸ ਵਿੱਚ ਜੁਦੇ ਹੋ ਜਾਂਦੇ ਹਨ ਔਰ ਅੱਧੇ ਇੱਕ ਪਾਸੇ ਹੋ ਕੇ ਧਨੀ ਦੇ ਮਿੱਤਰ ਬਣ ਜਾਂਦੇ ਹਨ। ਇੱਕ ਪ੍ਰਕਾਰ ਦੇ ਖਿਲਾੜੀ ਹੋ ਕੇ ਖੇਲ ਰਚਾ ਦਿੰਦੇ ਹਨ, ਜਿਸ ਪਰ ਧਨੀ ਦੇ ਸਾਥੀ ਉਸ ਦੀ ਵਡਾਈ ਕਰਕੇ ਆਖਦੇ ਹਨ ਕਿ ਸੇਠ ਜੀ ਇੱਕ ਵੱਡਾ ਭਾਰਾ ਖਿਡਾਰੀ ਆਇਆ ਹੈ, ਜੇ ਉਸ ਨਾਲ ਚੱਲ ਕੇ ਦਾਅ ਲਾਓਗੇ ਤਾਂ ਖੂਬ ਗੱਫਾ ਕਮਾ ਲਵਾਂਗੇ, ਅਰੇ ਆਪ ਨੂੰ ਉਹਨਾਂ ਕੋਲੋਂ ਬਹੁਤ ਹੀ ਲਾਭ ਪਹੁੰਚੇਗਾ। ਜਿਸ ਪਰ ਉਹ ਇਸੇ ਤਰ੍ਹਾਂ ਭੋਲੇ ਸੁਭਾਏ ਵਾਲੇ ਪੁਰਖ ਨੂੰ ਆਪਸ ਵਿੱਚ ਮਿਲ ਕੇ ਲੁੱਟ ਲੈਂਦੇ ਹਨ। ਇਸੇ ਤਰ੍ਹਾਂ ਪਹਿਲੇ ਤਾਂ ਗੁਰੂ ਜੀ ਦੇ ਪਾਸ ਰਹਿਣੇ ਵਾਲੇ ਪੰਡਤਾਂ ਨੇ ਦੁਰਗਾ ਪ੍ਰਗਟ ਕਰਨ ਦਾ ਬਖੇੜਾ ਛੇੜ ਦਿੱਤਾ, ਜਿਸ ਤੇ ਯੱਗ ਆਦਿ ਕਰਾ ਕੇ ਹਜ਼ਾਰਾਂ ਆਪਣੇ ਭੁੱਖੇ ਭਾਈਚਾਰੇ ਦੇ ਪੇਟ ਭਰੇ। ਉਸ ਤੇ ਮਗਰੋਂ ਉਜੈਨ ਤੋਂ ਦੱਤਾਨੰਦ ਬੁਲਾ ਲਿਆਂਦਾ ਅਰੇ ਆਖਿਆ ਕਿ ਮਹਾਰਾਜ ਇਹ ਗੁਣਾਂ ਦੀ ਗੁਥਲੀ ਰੱਬ ਦੀ ਕੁਦਰਤ ਨਾਲ ਆਗਿਆ ਹੈ, ਇਸ ਵਾਸਤੇ ਦੇਵੀ ਪ੍ਰਤੱਖ ਕਰ ਲੇਵੋ। ਇਸ ਤੇ ਸਿੱਧ ਹੁੰਦਾ ਹੈ ਕਿ ਇਹ ਸਾਰਾ ਹੀਲਾ ਗੁਰੂ ਜੀ ਦੇ ਪਾਸੋਂ ਧਨ ਝਾੜਨ ਲਈ ਪੰਡਤਾਂ ਨੇ ਪਹਿਲੇ ਹੀ ਗਿਣ ਮਿਣ ਕੇ ਕੀਤਾ ਸਾ, ਜਿਸ ਨੂੰ ਉਹ ਆਪੇ ਵਧਾਉਂਦੇ ਜਾਂਦੇ ਸਨ। ਦੋਹਰਾ, ਸਤਿਗੁਰੂ ਸਭ ਕੁਝ ਜਾਣ ਕੇ ਕਰਤ ਰਹੇ ਇਹ ਕਾਜ, ਇਨਕੋ ਗਲ ਤੇ ਲਹੁਣਾ ਸੀ ਪ੍ਰਭ ਜੂ ਕੋ ਸਾਜ। ਜਾਂ ਤੇ ਝੂਠੇ ਕਰੇ ਬਿਨ ਨਾ ਸੀ ਤਰਾਹੇ ਜਾਤ, ਤਾਂ ਤੇ ਦੁਰਜਨ ਤੋਖ ਸਮ ਕਰੀ ਗੁਰੂ ਇਹ ਬਾਤ। ਇਸ ਦਾ ਤਾਤਪਰਜ ਇਹ ਹੈ ਕਿ ਇਸ ਤੇ ਵੀ ਇਹ ਭਾਵ ਨਹੀਂ ਨਿਕਲਦਾ ਜੋ ਗੁਰੂ ਜੀ ਮਹਾਰਾਜ ਉਹਨਾਂ ਦੇ ਛਲ ਨੂੰ ਨਹੀਂ ਜਾਣਦੇ ਸੀ, ਜਿਸ ਤੇ ਉਹਨਾਂ ਦੇ ਫੰਦੇ ਵਿੱਚ ਆ ਕੇ ਇਸ ਤਰ੍ਹਾਂ ਤਨ ਪਰ ਕਸ਼ਟ ਸਹਾਰੇ ਅਰ ਧਨ ਦਾ ਵੀ ਖਰਚ ਕੀਤਾ
ਕਿੰਤੂ ਕਲਗੀਧਰ ਜੀ ਉਹਨਾਂ ਦੇ ਸਭ ਚਾਲੇ ਜਾਣਦੇ ਸਨ, ਅਰ ਜੋ ਕੁਝ ਕਰਦੇ ਸਨ ਸੋ ਉਹਨਾਂ ਦੇ ਆਖਣੇ ਪਰ ਹੀ ਨਹੀਂ, ਸਗੋਂ ਆਪਣੇ ਵਿਚਾਰ ਨਾਲ ਕਰਦੇ ਸਨ, ਜਿਸ ਤੇ ਇਸ ਪੁਰਖਾਰਥ ਦਾ ਫਲ ਇਸ ਲੁਟੇਰੀ ਕੌਮ ਨੂੰ ਆਪਣੇ ਗਲੋਂ ਲਾਹ ਕੇ ਆਪਣੇ ਪੰਥ ਵਿੱਚੋਂ ਦੂਰ ਕਰਨਾ ਸਾ। ਪਰੰਤੂ ਜਿਤਨਾ ਚਿਰ ਉਹਨਾਂ ਨੂੰ ਝੂਠੇ ਨਾ ਕਰ ਲੈਂਦੇ, ਉਤਨਾ ਚਿਰ ਘਰੋਂ ਤਰਾ ਦੇਣਾ ਉਚਿਤ ਨਹੀਂ ਜਾਣਦੇ ਸਨ। ਜੈਸਾ ਕਿ ਜੇ ਪਹਿਲੇ ਖੀਰ ਅਤੇ ਮਾਸ ਦੀ ਪ੍ਰੀਖਿਆ ਬਿਨਾਂ ਹੀ ਉਹਨਾਂ ਬ੍ਰਾਹਮਣਾਂ ਨੂੰ ਧੱਕੇ ਦਵਾ ਕੇ ਕੱਢ ਦਿੰਦੇ, ਜੈਸਾ ਕਿ ਜੇ ਪਹਿਲੇ ਖੀਰ ਅਤੇ ਮਾਸ ਦੀ ਪ੍ਰੀਖਿਆ ਬਿਨਾਂ ਹੀ ਉਹਨਾਂ ਬ੍ਰਾਹਮਣਾਂ ਨੂੰ ਧੱਕੇ ਦਵਾ ਕੇ ਕੱਢ ਦਿੰਦੇ, ਤਦ ਜ਼ਰੂਰ ਸੀ ਕਿ ਉਹ ਨਿੰਦਿਆ ਕਰਦੇ। ਕਿੰਤੂ ਜਦ ਉਹਨਾਂ ਨੂੰ ਪ੍ਰੀਖਿਆ ਲੈ ਕੇ ਸਾਬਤ ਕਰ ਦਿੱਤਾ ਕਿ ਤੁਸੀਂ ਲੋਭੀ ਸੁਆਨ ਬ੍ਰਿਤੀ ਹੋ, ਤਦ ਧੱਕੇ ਦਿਵਾਉਣ ਵਿੱਚ ਕੋਈ ਬੁਰਾ ਨਾ ਜਾਤਾ। ਇਸੇ ਤਰ੍ਹਾਂ ਜੇ ਉਸ ਦਤਾਨੰਦ ਦੀ ਬਾਤ ਨੂੰ ਨਾ ਮੰਨਦੇ ਅਰੇ ਉਸ ਨੂੰ ਵਿਦਾ ਕਰ ਦਿੰਦੇ, ਤਦ ਅੱਜ ਤੱਕ ਲੋਕ ਇਹ ਆਖਦੇ ਕਿ ਗੁਰੂ ਤੇ ਉਹ ਮਰਿਆਦਾ ਬਣਨਾ ਆਈ ਜੋ ਪੰਡਿਤ ਨੇ ਆਖੀ ਸੀ। ਜੇਕਰ ਮੰਨ ਲੈਂਦੇ ਤਾਂ ਜ਼ਰੂਰ ਦੇਵੀ ਪ੍ਰਗਟ ਹੋ ਜਾਂਦੀ। ਸੋ ਇਸ ਦੋਖ ਨੂੰ ਦੂਰ ਕਰਨ ਲਈ ਗੁਰੂ ਜੀ ਨੇ ਸਭ ਉਦਮ ਕੀਤਾ, ਨਹੀਂ ਕਿਸੇ ਦੇਵੀ ਦੇਵਤੇ ਦੇ ਪ੍ਰਤੱਖ ਕਰਨੇ ਲਈ ਨਹੀਂ ਸੀ, ਕਿੰਤੂ ਇਹ ਸਾਰਾ ਤੰਦਨ ਤਾਣਾ ਉਹਨਾਂ ਦੇ ਪੋਲ ਖੋਲਣ ਲਈ ਹੀ ਸੀ। ਦੁਰਗਾ ਭਗਤ ਇਹ ਮਨ ਕਲਪਨ ਤੋ ਕੀ ਪੰਡਿਤ ਚਾਰੇ ਦਾਮ, ਉਸਨੇ ਤੋ ਰੰਚਕ ਨਹੀਂ ਲਿਆ ਦਰਸ਼ ਕਾ ਨਾਮ। दोहरा इन मन कल्पन तो की पंडित चारे दाम, उसने तो रंचक नहीं लिया दर्थ का नाम। चौपई अहो खालसा क्या तू गावै, सुता प्या किदों बरड़ावै। उस पंडित को लोभी गाए, बिरथा दोष लगावत चाहे। उसने जो कुछ धन सी मांगा, नह निज हेत ब्रेख को छांगा। सो सब पूज समगरी कारण, चाहिए दरब अदक जो दारण। जाकर हवन समगरी सारी, लियावा मोल जितक सुखकारी। तिस कारण सी निधन कहा, तिस कारण सी तिन धन कहा। फिर उसने क्या निज हित चाहा, ताते अगली सुनी यह कथा। कीता हवन ता ले जथा, प्रथमे धन सब जमा कराई। बहुर समगरी हवन मंगाई, तो प्रसन्न हो सतगुरु राय। सब तन दीना ताएं दिखाए, सो मन दे कर सुनो प्यारे। ग्रंथकार जो प्रगट उचारे, यथा दोहरा नेव खवास मसंद गुण। मंत्री अवर दीवान, कर सुमार सब दरब को। ऐस बखान्यों आन। चौपई केतक दिना सुमार कराई, सिखन आल हजूर सुनाई। आग पाछ की चढ़त शुमारा, छे तिन चढ़ी लख दरबारा। सुन श्रीमुख ए बिद फरमाई, जमा करो एक ठौर बनाई। जो सतगुर की आयस पाए, सर्ब बेतला जमा कराए। पुना सवैया सेवक भेज दिया निध साहिब, लीन तबै दिज तीर बलाई। जो सुन कह बतियां दिज पुंगव, आवत भे मन मोद बढ़ाई। आ सिख दे त्रिन कोट विधान, सो श्री गुर तिन कीरत गाई। दान सुदेशन मान किदों, निज आदर सो सब लीन बिठाई। दोहरा अच्युत अलाख अनंत गुर, तिन सो कही सुनाए। सब पूजा विद देव की, हमसो कहो सुनाए। भादड़ी छंद। काली सो पूज की सर्ब सौज, तुम कहो बेप संयुक्त मौज।
ਕੁਕਮ ਗੁਲਾਬ ਕਨਸਾਰ ਧੂਪ ਅਛਤ ਕ੍ਰਿਤਹਾਦ ਕਹਿ ਦਿਜਨ ਭੂਪ ਬਹੁ ਗਿਰੀ ਔਰ ਖੋਪਾ ਸੁਪਾਰ ਜੋ ਤਿਲਾ ਆਏ ਚੰਦਨ ਸੁਢਾਰ ਮੌਖੇ ਆਜ਼ਾਦ ਪਸ਼ੂਓ ਅਨੇਕ ਤੈ ਭਿੰਨ ਭਿੰਨ ਸਿਓ ਕਹੋ ਵਿਵੇਕ। ਤੋਟਕ ਛੰਦ। ਅਤ ਭੋਜ ਛੁਹਾਰ ਬਦਾਮ ਗਨੇ ਬਹੁ ਬਿੰਜਨ ਨੇਕ ਸੁਕੌਨ ਗਨੇ ਪੁਨ ਕੋਟ ਵਿਧਾਨ ਸਮਗਰ ਬਲੀ ਪ੍ਰਭ ਵਿਪਨ ਭਾਖ ਦਿਨੀ ਅਖਲੀ ਲਿਖ ਕਾਗਤ ਪੈ ਦਿਜ ਰਾਜ ਸਭੈ ਇਹ ਆਨ ਦਈ ਸੋ ਹਜੂਰ ਤਬੈ। ਸਵਈਆ ਪੂਰਨ ਦੇਵ ਅਭੇਵ ਕਿਰਪਾ ਨਿਧ ਆਪ ਸੁਤੈ ਸਿਧ ਯਉ ਫਰਮਾਈ ਅਚੁੱਤ ਨਾਥ ਅਨੰਤ ਅਸੰਧਰ ਗਾਫਲ ਗੰਜ ਪਿਤਾ ਜਨਮਾਈ। ਆਨੰਨ ਚੰਦ ਮੁਕੰਦ ਕਹਿਓ ਦਿਜ ਪੂਜਨ ਸਥਾ ਕਰੈ ਕਹਿ ਜਾਈ ਜੋ ਬਤੀਆਂ ਸੁਨ ਕੇ ਦਿਜ ਰਾਜਨ ਪਾਵਨ ਕਹਿ ਪਦ ਤੀਰ ਸੁਨਾਈ। ਚੌਪਈ। ਸੁਨੋ ਗੁਰੂ ਜੀ ਬਾਤ ਹਮਾਰੀ ਇਹ ਜੋ ਨਦੀ ਬਿਰਾਜੈ ਭਾਰੀ ਸਹਿਸ ਨਾਰਿਆ ਕੋ ਭਨ ਨਾਮਾ ਗੰਗਾ ਸਮ ਯਹ ਦੁਤੇ ਬਿਰਾਮਾ। ਇਹ ਤਾਂ ਕਰੋ ਬਿਮਲ ਅਸਥਾਨੰ ਅਹ ਨਿਸਧਰੋ ਕਾਲ ਕਾ ਧਿਆਨੋ ਪੂਜੋ ਚੰਡੀ ਆਦ ਭਵਾਨੀ ਜਲ ਥਲ ਜਾਂ ਕੀ ਜੋਤ ਸਮਾਨੀ। ਰਸਾਵਲ ਛੰਦ। ਸੁਨੀ ਬਿਪ ਬਾਣੀ ਕਿਰਪਾ ਸਿੰਧ ਗਿਆਨੀ ਦਾਸ ਦੀਨੇ ਭਲੀ ਭੂਮ ਚੀਨੇ ਸੁਧ ਧਾਮੰ ਬਨਾਏ ਮਹਾ ਸੁਧ ਛਾਏ ਮਨੋ ਗੀਰਵਾਨੇ ਲਖਾਏ ਕੇਲ ਜਾਣੇ ਤੰ ਲੈਕਤਾਨੀ ਦਿਪਾਏ ਜੋਤ ਰਾਤੀ ਤ੍ਰਿਣਾਲੈ ਬਨਾਏ ਚੁਨੀ ਈਨ ਲਾਏ ਸਭਾ ਜੋ ਬਨਾਈ ਬਿਨੈ ਆਨ ਪਾਈ ਭਲੇ ਧਾਮ ਤਿਆਰਾ ਕਰੇ ਔਰ ਕਾਰਾ ਜਪੈ ਲੈ ਭਵਾਨੀ ਕਿਰਪਾ ਸਿੰਧ ਜਾਨੀ ਸੁਨਾਏ ਆਪ ਬੈਆ ਚਲੇ ਆਪ ਦੇਖੇ ਅਛੇ ਸੁਧ ਲੇਖੇ ਦਿਜੈ ਮਨ ਮਾਨੈ ਪ੍ਰਭੂ ਮੋਦ ਠਾਨੈ ਰਚਿਓ ਕੁੰਡ ਐਸਾ ਦਿਵਾ ਲੈਨ ਤੈਸਾ ਕਰੇ ਧੂਪ ਬੀਰਾ ਮਹਾਮਤ ਧੀਰਾ ਭਰੈ ਧੂਪ ਧਾਰਾ ਪੜੈ ਮੰਤਰ ਸਾਰਾ ਵਿਦਾ ਜਾਨ ਕੇਰੇ ਰਚਾ ਫੇਰੇ। ਭਾਵ ਗੁਰੂ ਮਹਾਰਾਜ ਜੀ ਦੇ ਇਸ ਵਿਵਹਾਰ ਤੋਂ ਨਿਰਸੰਦੇਹ ਜਾਣਿਆ ਜਾਂਦਾ ਹੈ ਕਿ ਦੁਰਗਾ ਪੂਜਨ ਦਾ ਜ਼ਰੂਰ ਪ੍ਰੇਮ ਸੀ, ਕਿਉਂਕਿ ਜਦ ਉਸ ਬ੍ਰਾਹਮਣ ਨੇ ਧਨ ਦਾ ਪ੍ਰਸ਼ਨ ਕੀਤਾ ਸਾ ਤਦ ਉਸ ਦੀ ਸ਼ੰਕਾ ਦੂਰ ਕਰਨ ਲਈ ਮਸੰਦਾਂ ਅਤੇ ਦੀਵਾਨਾਂ ਨੂੰ ਆਖ ਕੇ ਖਜ਼ਾਨਿਆਂ ਦੀ ਗਿਣਤੀ ਕਰਾਈ ਔਰ ਜਦ 9 ਲੱਖ ਰੁਪਈਆ ਨਗਦ ਦੇਖਿਆ ਤਦ ਉਸ ਬ੍ਰਾਹਮਣ ਨੂੰ ਪਾਸ ਬੁਲਾ ਕੇ ਦਿਖਾ ਦਿੱਤਾ, ਜਿਸ ਪਰ ਉਸਨੇ ਘਿਓ, ਗਿਰੀ, ਛੁਹਾਰੇ, ਬਦਾਮ ਔਰ ਝੋਟੇ, ਬੱਕਰੇ ਆਦਿਕ ਪਸ਼ੂ ਹਵਨ ਵਿੱਚ ਆਹੂਤੀ ਅਤੇ ਬਲੀਦਾਨ ਲਈ ਸਭ ਫਰਿਸ਼ਤ ਬਣਾ ਕੇ ਗੁਰੂ ਜੀ ਅੱਗੇ ਪੇਸ਼ ਕੀਤੀ। ਗੁਰੂ ਨੇ ਫਿਰ ਪੂਜਨ ਦੀ ਜਗ੍ਹਾ ਪੁੱਛੀ ਔਰ ਉਸਨੇ ਸਤਲੁਜ ਕਿਨਾਰਾ ਦੱਸਿਆ ਜਿੱਥੇ ਕਲਗੀਧਰ ਜੀ ਦੀ ਆਗਿਆ ਅਨੁਸਾਰ ਮਕਾਨ ਬਣ ਗਏ ਔਰ ਹਵਨ ਕੁੰਡ ਤਿਆਰ ਹੋਇਆ, ਜਿਸ ਨੂੰ ਪੰਡਤ ਸਮੇਤ ਆਪ ਜਾ ਕੇ ਦੇਖਿਆ ਅਤੇ ਪ੍ਰਸੰਨ ਹੋਏ। ਫਿਰ ਪੰਡਤ ਜੀ ਧੂਪ ਦੇ ਕੇ ਮੰਤਰ ਪੜ੍ਹਨੇ ਲੱਗੇ। ਸੋ ਜੇ ਗੁਰੂ ਜੀ ਨੂੰ ਪ੍ਰਗਟ ਕਰਨ ਦਾ ਕੁਝ ਖਿਆਲ ਨਾ ਹੁੰਦਾ ਤਾਂ ਇਤਨਾ ਯਤਨ ਕਿਉਂ ਕਰਦੇ। ਤਤ ਖਾਲਸਾ ਦੋਹਰਾ ਭਾਵੇਂ ਗੁਰ ਦਿਖਰਾਇਆ ਪੰਡਤ ਨੂੰ 9 ਲੱਖ ਪਰ ਪੱਲੇ ਵਿੱਚ ਉਸਦੇ ਪਾਈ ਨਾ ਇੱਕ ਧੱਖ। ਸੋ ਇਸ ਭਾਗ ਲਈ ਨਾ ਜੀ ਤੇ ਕੁਝ ਵਿੱਚ ਨਾ ਮੇਰੇ ਕੋਲ ਆ PDF, ਉਹਦੇ ਵਿੱਚ ਨਾ ਕੁਝ ਜਿੰਨੇ ਵੀ ਕੀਤੀ ਆ ਇਹ ਅਪਲੋਡ ਤੇ ਉਹ ਕੁਝ ਸਾਫ਼ ਨਹੀਂ ਗੀ, ਤਾਂ ਕਰਕੇ ਵਿੱਚੋਂ ਕੁਝ ਨਖੇੜੇ ਨਹੀਂ ਗੇ ਅੱਖਰ, ਜਿਹਦੇ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਪੜ੍ਹਨ 'ਚ, ਤਾਂ ਕਰਕੇ ਵਿੱਚੋਂ ਥੋੜਾ ਅਲੋਪ ਵੀ ਆ ਕੰਮ, ਤੇ ਉਹਦੀ ਮੈਨੂੰ ਮਾਫੀ ਦਿਓ। ਤੇ ਜੇ ਅਸੀਂ ਭਾਵ ਨਾਲ ਉਹਨਾਂ ਨੇ ਬੜੇ ਭਾਈ ਸਾਹਿਬ ਜੀ ਨੇ, ਗਿਆਨੀ ਦਿੱਤ ਸਿੰਘ ਜੀ ਨੇ ਲਿਖੇ ਆ, ਤੇ ਉਹ ਜਦੋਂ ਨਾਲ ਉਹ ਪੜ੍ਹ ਕੇ ਤੇ ਉਹ
ਸਮਝਾਂਗੇ ਉਹ ਸਿੱਧੀ ਪੰਜਾਬੀ ਆ, ਨਾਲੇ ਛੇਤੀ ਸਮਝ ਆਉਂਦੀ। ਅਤੇ ਫਿਰ ਸਾਨੂੰ ਪਤਾ ਲੱਗ ਜੂਗਾ ਕਿ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਰਗਾ ਪੂਜਕ ਸੀ, ਅਤੇ ਕਿ ਜਾਂ ਇਹ ਪਖੰਡ ਦਾ ਹੀ ਖੰਡਨ ਕਰਨਾ ਸੀ ਉਹਨਾਂ ਨੇ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।